हाँ जी स्टूडेंट्स, इस वीडियो ਦੇ ਵਿੱਚ ਮੈਂ ਕਲਾਸ 12th ਦੇ ਲਈ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਰੀਰਕ ਸਿੱਖਿਆ ਤੇ ਖੇਡਾਂ ਦਾ ਜਿਹੜੇ ਕਿ ਚੈਪਟਰ ਨੰਬਰ 2 ਖੇਡ ਸਿਖਲਾਈ ਤੇ ਵੈਰੀ ਸ਼ਾਰਟ ਕੁਐਸਚਨ ਆਨਸਰ 1 ਲਾਈਨਰ ਕੁਐਸਚਨ ਆਨਸਰ ਲੈ ਕੇ ਆਈਆਂ। ਬਟ ਤੁਹਾਨੂੰ ਐਗਜ਼ਾਮ ਦੇ ਵਿੱਚ ਜਿਹੜੇ ਕਿ MCQs ਆਉਣਗੇ, ਅਗਰ ਤੁਹਾਡੇ 1 ਲਾਈਨਰ ਕੁਐਸਚਨਸ ਤੁਸੀਂ ਲਰਨ ਕਰੇ ਹੋਏ ਹੋਣਗੇ ਤਾਂ ਤੁਸੀਂ ਬਹੁਤ ਈਜ਼ੀਲੀ ਵੇ ਨਾਲ ਜਿਹੜੇ ਕਿ ਉੱਥੇ MCQs ਕਰ ਪਾਓਗੇ। ਤਾਂ ਮੈਂ ਤੁਹਾਨੂੰ ਕਰਵਾ ਰਹੀ ਹਾਂ। ਹਾਂਜੀ, ਜਿਵੇਂ ਫਸਟ ਹੈ ਗਰਮਿਆਉਣ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਨੇ। ਜਿਵੇਂ MCQs ਐਵੇਂ ਬਣ ਕੇ ਆ ਸਕਦੇ ਕਿ ਗਰਮਿਆਉਣ ਦੀਆਂ ਕਿਸਮਾਂ ਕਿਹੜੀਆਂ ਨੇ। ਉਹਨੇ ਸਰੀਰਕ ਗਰਮਾਉਣਾ ਤੇ ਮਨੋਵਿਗਿਆਨਿਕ ਗਰਮਾਉਣਾ। ਜਾਂ ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਤਾਂ 2 ਕਿਸਮਾਂ ਹੁੰਦੀਆਂ ਨੇ, ਸਰੀਰਕ ਗਰਮਾਉਣਾ ਤੇ ਮਨੋਵਿਗਿਆਨਿਕ ਗਰਮਾਉਣਾ। ਸੈਕਿੰਡ ਕੁਐਸਚਨ ਆ, ਠੰਡਾ ਹੋਣ ਦਾ ਸਰੀਰ ਤੇ ਕੀ ਪ੍ਰਭਾਵ ਪੈਂਦਾ। ਤਾਂ ਠੰਡਾ ਹੋਣ ਵਾਲਾ ਸਰੀਰ ਤੇ ਜਿਹੜੇ ਕਿ ਉੱਥੇ MCQs ਬਣ ਕੇ ਆਉਣਗੇ ਤਾਂ ਤੁਸੀਂ ਆਨਸਰ ਇਹ ਚੂਜ਼ ਕਰਨਾ ਕਿ ਸਰੀਰ ਆਰਾਮ ਦੀ ਸਥਿਤੀ ਵਿੱਚ ਆ ਜਾਂਦਾ। ਜੋ ਇੱਥੇ ਆਨਸਰ ਨੇ ਨਾ, ਉਹ ਤੁਹਾਡੇ MCQs ਦੇ ਵਿੱਚ 4 ਆਪਸ਼ਨਾਂ ਦੇ ਵਿੱਚ ਉਹੀ ਇੱਕ ਆਨਸਰ ਹੋਊਗਾ ਜੋ ਇੱਥੇ ਆਨਸਰ ਨੇ। ਤਾਂ ਸਰੀਰ ਆਰਾਮ ਦੀ ਸਥਿਤੀ ਵਿੱਚ ਆ ਜਾਂਦਾ ਮੀਨਸ ਜੋ ਆਪਾਂ 1 ਲਾਈਨਰ ਕੁਐਸਚਨ ਕਰਦੇ ਹਾਂ, ਇਹਦੇ ਨਾਲ ਜਿਹੜੇ ਕਿ MCQs ਬਹੁਤ ਜਲਦੀ ਹੋ ਜਾਂਦੇ ਨੇ ਅਗਰ ਆਪਣੇ ਇਹ 1 ਲਾਈਨਰ ਕੁਐਸਚਨ ਵੀ ਲਰਨ ਹੋਣ। ਹਾਂਜੀ, ਕੁਐਸਚਨ ਨੰਬਰ 3, ਇਹ ਚੈਪਟਰ ਨੰਬਰ 2 ਸਟੂਡੈਂਟਸ ਅਤੇ ਫਸਟ ਨੰਬਰ 3 ਦੀ ਵੀਡੀਓ ਪਹਿਲਾਂ ਅਪਲੋਡ ਕੀਤੀ ਹੋਈ ਆ ਅਤੇ ਇਹਨਾਂ ਦੀ ਇੱਕ ਪਲੇਲਿਸਟ ਤਿਆਰ ਕਰ ਦਾਂਗੇ ਵੀ ਜਿਹਦੇ ਵਿੱਚ 3 ਚੈਪਟਰ ਹੋਣਗੇ, ਕਿਉਂਕਿ ਸਿਲੇਬਸ ਦੇ ਵਿੱਚ 3 ਚੈਪਟਰ ਨੇ, ਤੁਸੀਂ ਉਹਨਾਂ ਨੂੰ ਵਾਚ ਕਰ ਲਿਓ। ਕੁਐਸਚਨ ਨੰਬਰ 3 ਹੈ, ਸਾਨੂੰ ਸਰੀਰ ਕਦੋਂ ਗਰਮਾਉਣਾ ਚਾਹੀਦਾ। ਤਾਂ ਇਸ ਦਾ ਹੋਊਗਾ ਆਨਸਰ, ਸਾਨੂੰ ਕਿਸੇ ਵੀ ਖੇਡ ਜਾਂ ਗਤੀਵਿਧੀ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ। ਹੁਣ ਉੱਥੇ ਆਪਸ਼ਨਸ ਆ ਸਕਦੇ ਨੇ ਕਿ ਗਤੀਵਿਧੀ ਕਰਨ ਤੋਂ ਬਾਅਦ ਗਰਮਾਉਣਾ ਚਾਹੀਦਾ ਜਾਂ ਨਹੀਂ ਗਰਮਾਉਣਾ ਚਾਹੀਦਾ, ਐਵੇਂ ਬਣ ਕੇ ਆਉਣਗੇ। ਔਰ ਤੁਸੀਂ ਇਹ ਚੂਜ਼ ਕਰਨਾ ਹੋਊਗਾ, ਅਗਰ ਇਹ ਜਿਹੇ ਕੁਐਸਚਨ ਐਵੇਂ ਆਉਂਦੇ ਨੇ ਤਾਂ ਇਹ ਕਰਨਾ ਹੋਊਗਾ ਵੀ ਖੇਡ ਜਾਂ ਗਤੀਵਿਧੀ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ। ਹਾਂਜੀ, ਨੈਕਸਟ ਠੰਡਾ ਕਰਨ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ। ਤਾਂ ਠੰਡਾ ਕਰਨ ਨੂੰ ਸਟੂਡੈਂਟ ਨਾਂ ਇੱਕ ਹੋਰ ਇਹਦਾ ਨਾਂ ਹੈ ਲਿਬਰਿੰਗ ਡਾਊਨ। ਲਿਬਰਿੰਗ ਡਾਊਨ। ਫਿਫਥ ਹੈ, ਸਰਕਟ ਟ੍ਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਹੈ। ਤਾਂ ਸਰਕਟ ਟ੍ਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਹੈ। ਇਹ ਕੀਤੀ ਆ R.E. ਮੋਰਗਨ ਅਤੇ G.T. ਐਂਡਰਸਨ ਨੇ, 2 ਜਣਿਆਂ ਨੇ ਆ, R.E. ਮੋਰਗਨ ਅਤੇ G.T. ਐਂਡਰਸਨ। ਅਤੇ ਇੱਕ ਹੋਰ ਇੰਪੋਰਟੈਂਟ ਥਿੰਕ, ਜਿਹੜੀ ਵੀ ਸਰਕਟ ਟ੍ਰੇਨਿੰਗ ਹੈ, ਸਰਕਟ ਟ੍ਰੇਨਿੰਗ ਵਿਧੀ ਦਾ ਜਿਹੜੀ ਕਿ ਇੱਕ ਹੋਰ ਨਾਮ ਹੈ, ਇਹ ਇੰਗਲਿਸ਼ ਦਾ ਨਾਮ ਹੈ ਇਹਦੇ 'ਚ, ਇਹਦਾ ਪੰਜਾਬੀ 'ਚ ਨਾਮ ਹੈ ਚੱਕਰ, ਕਿਉਂਕਿ ਕਈ ਵਾਰ ਪੰਜਾਬੀ ਵਾਲਾ ਨਾਮ ਵੀ ਆ ਜਾਂਦਾ, ਚੱਕਰ ਸਿਖਲਾਈ ਵਿਧੀ। ਕਨਫਿਊਜ਼ ਨਹੀਂ ਹੋਣਾ, ਚੱਕਰ ਸਿਖਲਾਈ ਵਿਧੀ ਹੀ ਜਿਹੜੀ ਕਿ ਸਰਕਟ ਟ੍ਰੇਨਿੰਗ ਵਿਧੀ ਆ। ਨੈਕਸਟ ਕੁਐਸਚਨ ਨੰਬਰ 6 ਦਾ, ਅੰਤਰਾਲ ਵਿਧੀ ਕਿਸ ਨੇ ਵਿਕਸਿਤ ਕੀਤੀ ਹੈ। ਅੰਤਰਾਲ ਵਿਧੀ ਦਾ ਹੁਣ ਇੱਕ ਹੋਰ ਨਾਲ ਸੁਣ ਲਓ, ਇਹਦਾ ਕੀ ਆ ਇੰਟਰਨਲ ਟ੍ਰੇਨਿੰਗ। ਕਿਉਂਕਿ ਕਈ ਵਾਰ ਜਿਹੜੇ ਕਿ ਇੰਗਲਿਸ਼ ਦੇ ਵਰਡ ਨਾਲ ਕੁਐਸਚਨ ਆ ਸਕਦਾ ਹੈ, ਕਈ ਵਾਰ ਇੰਗਲਿਸ਼ ਦੇ ਵਿੱਚੋਂ ਪੰਜਾਬੀ ਵਰਡ ਨਾਲ ਕੁਐਸਚਨ ਆ ਸਕਦਾ ਹੁੰਦਾ। ਅੰਤਰਾਲ ਵਿਧੀ ਦਾ ਜਿਹੜੇ ਕਿ ਇੰਗਲਿਸ਼ ਦੇ ਵਿੱਚ ਉਹਨੂੰ ਇੰਟਰਨਲ ਟ੍ਰੇਨਿੰਗ ਕਹਿੰਦੇ ਨੇ। ਇਹ ਵਿਧੀ ਕਿਸ ਨੇ ਵਿਕਸਿਤ ਕੀਤੀ ਆ। ਤਾਂ ਇਸ ਦਾ ਰਾਈਟ ਆਪਸ਼ਨ ਆ ਜਰਮਨ ਕੋਚ ਡਾਕਟਰ ਵੋਲਡਮਰ ਗਰਸ਼ਲਰ, ਡਾਕਟਰ ਹਰਬਰਟ ਰੈਂਡੇਲ। ਗਰਸ਼ਲਰ ਤੇ ਹਰਬਰਟ ਰੈਂਡੇਲ ਨੇ। ਨੈਕਸਟ ਹੈ, ਅੰਤਰਾਲ ਵਿਧੀ ਦੇ ਢੰਗ ਦੱਸਣੇ ਨੇ ਕਿਹੜੇ ਕਿਹੜੇ ਨੇ। ਤੇ ਇਹਦੇ 2 ਨੇ, ਗਹਿਨ ਵਿਧੀ ਤੇ ਵਿਸਥਾਰ ਵਿਧੀ। ਗਹਿਨ ਵਿਧੀ ਤੇ ਵਿਸਥਾਰ ਵਿਧੀ। ਤਾਂ ਉੱਥੇ ਆਪਸ਼ਨ ਮਤਲਬ ਕਿ ਆ ਸਕਦੇ ਨੇ ਕਿ 2 ਨੇ ਜਾਂ 3 ਨੇ ਜਾਂ 4 ਨੇ, ਤੇ ਇਹ ਵਾਲੇ ਨੇ। ਅਗਲਾ, ਕਿਸ ਸਾਲ ਵਿੱਚ ਸਰਕਟ ਟ੍ਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ। ਤਾਂ ਸਰਕਟ ਟ੍ਰੇਨਿੰਗ ਵਿਧੀ ਕਿਹੜੀ ਹੈ, ਇੱਕ ਹੋਰ ਨਾਮ ਦੱਸਿਆ ਮੈਂ, ਉਹ ਹੈਗਾ ਚੱਕਰ ਸਿਖਲਾਈ ਵਿਧੀ। ਇਸ ਨੂੰ ਕਦੋਂ ਵਿਕਸਿਤ ਕੀਤਾ ਗਿਆ, 1953 ਦੇ ਵਿੱਚ। 1953 ਦੇ ਵਿੱਚ। ਅਤੇ 1953 ਈਸਵੀ ਦੇ ਵਿੱਚ ਯੂਨੀਵਰਸਿਟੀ ਆਫ ਲੀਡਸ ਦੇ ਵਿੱਚ, ਕਿਉਂਕਿ ਕੁਐਸਚਨ ਇਹ ਵੀ ਆ ਸਕਦਾ ਪੁੱਛਿਆ, ਕਿਸੇ ਵੀ ਤਰੀਕੇ ਨਾਲ ਆ ਸਕਦੇ ਹੁੰਦੇ ਨੇ, ਤਾਂ ਹੀ ਮੈਂ ਅਦਰਸ ਕੁਐਸਚਨਸ ਦੱਸਦੀ ਹੁੰਦੀ ਹਾਂ। ਯੂਨੀਵਰਸਿਟੀ ਆਫ ਲੀਡਸ ਦੇ ਵਿੱਚ ਇਹਨੂੰ ਵਿਕਸਿਤ ਕੀਤਾ ਗਿਆ ਸੀ ਅਤੇ ਇਸ ਵਿਧੀ ਦੇ ਵਿੱਚ ਸਿਖਲਾਈ ਦੇ ਹਰੇਕ ਤੱਤ ਨੂੰ ਸ਼ਾਮਿਲ ਕੀਤਾ ਗਿਆ ਸੀ। ਅਤੇ ਇਸ ਵਿਧੀ ਨੂੰ ਜਿਹੜੀ ਕਿ ਸਰੀਰਕ ਤੰਦਰੁਸਤੀ ਦੇ ਸਾਰੇ ਅੰਗਾਂ ਜਿਵੇਂ ਕਿ ਤਾਕਤ, ਗਤੀ, ਮਾਸਪੇਸ਼ੀ, ਸਹਿਣਸ਼ੀਲਤਾ, ਰਫਤਾਰ, ਫੁਰਤੀ, ਤਾਲਮੇਲ, ਲਚਕਤਾ, ਇਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਇਹਨੂੰ ਤਿਆਰ ਕੀਤਾ ਗਿਆ ਸੀ। ਅਤੇ ਨੈਕਸਟ ਹੈ, ਗਰਮਾਉਣ ਦੀਆਂ ਕਸਰਤਾਂ ਦੀ ਸੂਚੀ ਤਿਆਰ ਕਰਨੀ ਹੈ। ਹਾਂਜੀ, ਵੀ ਗਰਮਾਉਣ ਦੇ ਕਿਹੜੇ ਕਿਹੜੇ ਨਾਲ, ਜੋਗਿੰਗ, ਸਟਰਾਈਡ, ਖਿੱਚਣਾ, ਰੋਟੇਸ਼ਨ। ਨੈਕਸਟ ਆ, ਖੇਡ ਸਿਖਲਾਈ ਦੇ ਕੋਈ 2 ਸਿਧਾਂਤ। ਖੇਡ ਸਿਖਲਾਈ ਦੇ ਵਿੱਚ ਇਕਸਾਰਤਾ ਦਾ ਸਿਧਾਂਤ, ਨਿਰੰਤਰਤਾ ਦਾ ਸਿਧਾਂਤ। ਇਕਸਾਰਤਾ ਦਾ ਅਤੇ ਨਿਰੰਤਰਤਾ ਦਾ ਸਿਧਾਂਤ ਆ ਜਾਊਗਾ।
ਤੇ ਸਰਕਟ ਵਿਧੀ ਤੋਂ ਕੀ ਭਾਵ ਹੈ? ਹੁਣ ਅੱਗੇ ਆ ਗਿਆ ਸਰਕਟ ਵਿਧੀ, ਉਹੀ ਆ ਚੱਕਰ ਸਿਖਲਾਈ ਵਿਧੀ। ਹੁਣ ਇਹਦੇ ਵਿੱਚ ਇਹ ਇੱਕ ਰਸਮੀ ਵਿਧੀ ਆ ਜਿਸ ਵਿੱਚ ਕਸਰਤਾਂ ਚੱਕਰ ਬਣਾ ਕੇ ਕੀਤੀਆਂ ਜਾਂਦੀਆਂ ਨੇ। ਦੇਖੋ ਐਵੇਂ ਸਰਕਟ ਵਿਧੀ ਦੇ ਵਿੱਚ ਜਿਹੜੇ ਕਿ ਐਵੇਂ ਚੱਕਰ ਬਣਾ ਕੇ ਜਿਹੜੇ ਕਿ ਕਸਰਤਾਂ ਕੀਤੀਆਂ ਜਾਂਦੀਆਂ ਨੇ, ਲਾਈਕ ਦਿਸ, ਐਵੇਂ, ਠੀਕ ਹੈ। ਤੇ ਨੈਕਸਟ ਇਹਦੇ ਵਿੱਚ ਥੋੜ੍ਹੇ ਜਿਹੇ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਕਿਉਂਕਿ ਕਈ ਵਾਰ ਇਹਨਾਂ 'ਚ ਕੁਐਸਚਨ ਆ ਸਕਦੇ ਨੇ ਵੀ ਸਰਕਟ ਵਿਧੀ ਦੇ ਵਿੱਚ ਜਿਵੇਂ ਸਰਕਟ ਵਿਧੀ ਤੇ ਕਸਰਤਾਂ ਹੇਠ ਲਿਖੇ ਅਨੁਸਾਰ ਨੇ ਕਿਹੜੇ ਨੇ? ਬਾਹਾਂ ਦੁਆਰਾ ਪ੍ਰੈਸ ਅਪ, ਬੈਂਚ ਅਪ, ਡਿਸ ਪੁਲ ਅਪਸ, ਠੀਕ ਹੈ। ਪੇਟ ਦੇ ਰਾਹੀਂ ਸਿਟ ਅਪ, ਸਟੋਮਚ ਕਰੰਚ ਨੇ, ਅਤੇ ਪਿੱਠ ਦੇ ਰਾਹੀਂ ਸਕੈਟ ਜੰਪ, ਲੱਤਾਂ ਦੇ ਰਾਹੀਂ ਅਸਟਰਾਈਡ ਜੰਪ, ਸਟੈਪ ਅਪਸ, ਕੰਪਾਸ, ਕਿਉਂਕਿ ਇਹਦੇ ਵਿੱਚ ਤੁਹਾਨੂੰ ਇਹ ਆ ਸਕਦੇ ਨੇ ਕਿ ਇਹ ਸਾਰੇ ਨੇ ਜਾਂ ਨਹੀਂ ਹੈਗੇ ਇਹ ਸਾਰੇ। ਅਤੇ ਉਸ ਤੋਂ ਅੱਗੇ ਨੇ ਅਤੇ ਸਰਕਟ ਵਿਧੀ ਦੇ ਵਿੱਚ ਸਮਾਂ, ਸਰਕਟ ਵਿਧੀ ਦੇ ਵਿੱਚ ਸਮਾਂ ਦੇਖੋ ਹੁਣ ਕਿੰਨਾ 30 ਸੈਕਿੰਡ ਦੀਆਂ ਕਸਰਤਾਂ ਹਰ ਸਟੇਸ਼ਨ ਅਤੇ 30 ਸੈਕਿੰਡ ਵਿੱਚ ਆਰਾਮ। 30 ਸੈਕਿੰਡ ਦੇ ਵਿੱਚ ਕਸਰਤ ਆਉਂਦੀਆਂ, 30 ਸੈਕਿੰਡ ਦੇ ਵਿੱਚ ਆਰਾਮ ਆ, ਅਤੇ 3 ਸੈਟਾਂ ਦੇ ਵਿੱਚ 2 ਮਿੰਟ ਦਾ ਆਰਾਮ ਹੈ। ਅੱਗੇ ਨੈਕਸਟ ਕੁਐਸਚਨ ਆ ਸਰੀਰ ਗਰਮਾਉਣ ਦੀਆਂ ਕਿਸਮਾਂ ਕਿਹੜੇ ਨੇ? ਸਕਰਮਕ ਗਰਮਾਉਣਾ ਅਤੇ ਨਿਸ਼ਕਿਰਿਆ ਗਰਮਾਉਣਾ, ਸਕਰਮਕ ਅਤੇ ਨਿਸ਼ਕਿਰਿਆ। ਨੈਕਸਟ ਆ ਸਕਰਮਕ ਗਰਮਾਉਣਾ ਕਿੰਨੇ ਪ੍ਰਕਾਰ ਦਾ ਹੁੰਦਾ? ਅਤੇ ਇਹ 2 ਪ੍ਰਕਾਰ ਦਾ ਹੁੰਦਾ। ਅਤੇ 14 ਨੰਬਰ 'ਤੇ ਖਾਸ ਗਰਮਾਉਣਾ ਕਿਸ ਪ੍ਰਕਾਰ ਦੇ ਗਰਮਾਉਣ ਦਾ ਭਾਗ ਹੈ? ਤਾਂ ਉਹ ਹੈਗਾ ਸਕਰਮਕ ਗਰਮਾਉਣ ਦੇ। 15 ਨੰਬਰ 'ਤੇ ਅੰਤਰਾਲ ਵਿਧੀ ਕਿਸ ਗੁਣ ਨੂੰ ਮਹੱਤਵ ਦਿੰਦੀ ਹੈ? ਅੰਤਰਾਲ ਵਿਧੀ, ਇੰਟਰਨਲ, ਅਤੇ ਇਹ ਦਿੰਦੀ ਆ ਅੰਤਰਾਲ ਵਿਧੀ ਦੂਰੀ, ਰਫਤਾਰ, ਟਾਈਮ, ਆਰਾਮ ਵਰਗੇ ਗੁਣਾਂ ਨੂੰ ਜਿਹੜੇ ਕਿ ਮਹੱਤਵ ਦਿੰਦੀ ਆ। ਅਤੇ ਇਹਦੇ ਢੰਗ ਕਿਹੜੇ ਸੀ? ਗਹਿਨ ਵਿਧੀ ਅਤੇ ਵਿਸਥਾਰ ਵਿਧੀ। ਨੈਕਸਟ ਆ ਅੰਤਰਾਲ ਵਿਧੀ ਸਰੀਰਕ ਤੰਦਰੁਸਤੀ ਦੇ ਕਿਹੜੇ ਗੁਣਾਂ ਨੂੰ ਵਿਕਸਿਤ ਕਰਦੀ ਹੈ? ਅਤੇ ਇਹ ਸਹਿਨਸ਼ੀਲਤਾ। ਹੁਣ ਇਹ ਕਿਹੜੇ ਗੁਣ ਨੂੰ ਵਿਕਸਿਤ ਕਰਦੀ ਹੈ? ਸਹਿਨਸ਼ੀਲਤਾ। ਨੈਕਸਟ ਆ ਸਰਕਟ ਵਿਧੀ ਕੀ ਹੈ? ਤਾਂ ਇਸ ਵਿੱਚ ਕਸਰਤਾਂ ਨੂੰ ਚੱਕਰ ਦੇ ਵਿੱਚ ਕੀਤਾ ਜਾਂਦਾ। ਨੰਬਰ 18 'ਤੇ ਸਰਕਟ ਵਿਧੀ ਵਿੱਚ ਕਿਹੜੇ ਤੱਤ ਸ਼ਾਮਿਲ ਹੁੰਦੇ ਨੇ? ਤਾਂ ਇਸ ਦੇ ਵਿਧੀ ਦੇ ਵਿੱਚ ਸਰੀਰਕ ਤੰਦਰੁਸਤੀ ਦੇ ਸਾਰੇ ਤੱਤ। ਅਤੇ ਕੁਐਸਚਨ ਇਹ ਵੀ ਤੁਸੀਂ ਯਾਦ ਰੱਖ ਲਓ ਰਾਜੇ ਵੀ ਜਿਹੜੇ ਕਿ ਸਰੀਰਕ ਤੰਦਰੁਸਤੀ ਦੇ ਕਿਹੜੇ ਤੱਤ ਨੇ? ਤਾਕਤ, ਸ਼ਕਤੀ, ਮਾਸਪੇਸ਼ੀ, ਸਹਿਨਸ਼ੀਲਤਾ, ਰਫਤਾਰ, ਫੁਰਤੀ, ਲਚਕਤਾ, ਨਿਊਰਮਸਕੂਲਰ ਤਾਲਮੇਲ ਤੱਤ ਸ਼ਾਮਿਲ ਹੁੰਦੇ ਨੇ। ਨਿਊਰਮਸਕੂਲਰ ਇਹ ਜਿਹੜੇ ਕਿ ਤਾਲਮੇਲ ਤੱਤ ਸ਼ਾਮਿਲ ਹੁੰਦੇ ਨੇ। ਨੈਕਸਟ ਆ ਸਰਕਟ ਵਿਧੀ ਵਿੱਚ ਕਿੰਨੇ ਸਟੇਸ਼ਨ ਰੱਖੇ ਜਾਂਦੇ ਨੇ? ਤਾਂ ਇਹਦੇ ਵਿੱਚ ਰੱਖੇ ਜਾਂਦੇ ਨੇ 6 ਤੋਂ ਲੈ ਕੇ 10 ਤੱਕ ਸਟੇਸ਼ਨ। 6 ਤੋਂ ਲੈ ਕੇ 10 ਤੱਕ ਇਹਦੇ ਵਿੱਚ ਜਿਹੜੇ ਕਿ ਸਟੇਸ਼ਨ ਰੱਖੇ ਜਾਂਦੇ ਨੇ। ਅਤੇ 30 ਸੈਕਿੰਡ ਦੇ ਕਸਰਤਾਂ ਹਰ ਸਟੇਸ਼ਨ, ਅਤੇ 30 ਸੈਕਿੰਡ ਦੇ ਵਿੱਚ ਆਰਾਮ, ਅਤੇ 3 ਸੈਟਾਂ ਦੇ ਵਿੱਚ ਆ ਜਿਹੜੇ ਕਿ 2 ਮਿੰਟ ਦਾ ਆਰਾਮ ਹੈ। ਨੈਕਸਟ ਹੈ ਗਹਿਨ ਵਿਧੀ ਵਿੱਚ ਖਿਡਾਰੀ ਆਪਣੀ ਯੋਗਤਾ ਦਾ ਕਿੰਨੇ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ? ਤਾਂ ਉਹ ਕਰਦਾ 80 ਤੋਂ ਲੈ ਕੇ 100% ਤੱਕ। ਹੁਣ ਆਪਸ਼ਨਾਂ ਦੇ ਵਿੱਚ ਐਵੇਂ ਵੀ ਆ ਸਕਦਾ ਕਿ 70 ਤੋਂ 50, 50 ਤੋਂ 60 ਜਿੰਨੇ ਵੀ ਹੈ, ਜਿਵੇਂ ਜਾਂ 80 ਤੋਂ 90, ਤਾਂ ਇਹ ਆਊਗਾ 80 ਤੋਂ 100% ਹੈ। 21 ਗਹਿਨ ਵਿਧੀ ਵਿੱਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ? ਤਾਂ ਇਹ ਹੁੰਦੀ ਹੈ 170 ਤੋਂ ਲੈ ਕੇ 200 ਪ੍ਰਤੀ ਮਿੰਟ, 170 ਤੋਂ ਲੈ ਕੇ 200 ਪ੍ਰਤੀ ਮਿੰਟ। 22 ਗਹਿਨ ਵਿਧੀ ਵਿੱਚ ਕਸਰਤਾਂ ਕਿਸ ਵੇਗ ਨਾਲ ਕੀਤੀਆਂ ਜਾਂਦੀਆਂ ਨੇ? ਤਾਂ ਇਸ ਵਿਧੀ ਦੇ ਵਿੱਚ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਜਿਹੜੇ ਕਿ ਘੱਟ ਦੂਰੀ ਦੇ ਵਿੱਚ ਤੇਜ਼ ਗਤੀ ਜਾਂ ਵੇਗ ਨਾਲ ਕੀਤਾ ਜਾਂਦੀਆਂ ਨੇ। ਮਤਲਬ ਕਿ ਇਸ ਦੇ ਵਿੱਚ ਜਿਹੜੀ ਕਿ ਘੱਟ ਦੂਰੀ ਵਿੱਚ ਤੇਜ਼ ਗਤੀ ਦੇ ਵਿੱਚ ਜਾਂ ਵੇਗ ਦੇ ਵਿੱਚ ਕੀਤੇ ਜਾਂਦੇ ਨੇ ਗਹਿਨ ਵਿਧੀ 'ਚ। ਨੈਕਸਟ ਕੁਐਸਚਨ ਹੈ ਵਿਸਥਾਰ ਵਿਧੀ ਵਿੱਚ ਕਸਰਤਾਂ ਕਿਸ ਗਤੀ ਨਾਲ ਕੀਤੀਆਂ ਜਾਂਦੀਆਂ? ਹੁਣ ਵਿਸਥਾਰ ਵਿਧੀ ਦੇ ਵਿੱਚ ਜਿਹੜੀ ਕਿ ਇਸ ਵਿਧੀ ਵਿੱਚ ਗਤੀ ਨੂੰ ਮੱਧ ਦਰਜੇ ਦਾ ਰੱਖਿਆ ਜਾਂਦਾ। ਇਹਦੇ ਵਿੱਚ ਜਿਹੜੀ ਕਿ ਗਤੀ ਮੱਧ ਦਰਜੇ ਦੀ ਹੁੰਦੀ ਹੈ, ਮਤਲਬ ਕਿ ਮੱਧ ਦਰਜੇ ਦੀ ਗਤੀ ਵਾਲੀ ਜਿਹਦੇ ਵਿੱਚ ਗਤੀ ਨੂੰ ਮੱਧ ਦਰ ਦੇ ਵਿੱਚ ਰੱਖਿਆ ਜਾਂਦਾ, ਤਾਂ ਉਹ ਜਿਹੜੀ ਕਿ ਕਿਹੜੀ ਕਸਰਤਾਂ ਦੀ ਗਤੀ ਹੁੰਦੀ ਹੈ? ਉਹ ਵਿਸਥਾਰ ਵਿਧੀ ਵਿੱਚ ਹੁੰਦੀਆਂ ਨੇ, ਮੱਧ ਦਰਜੇ ਦੀ। 24 ਵਿਸਥਾਰ ਵਿਧੀ ਵਿੱਚ ਖਿਡਾਰੀ ਆਪਣੀ ਯੋਗਤਾ ਦਾ ਕਿੰਨੇ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ? ਤਾਂ ਉਹ ਕਰਦਾ 60 ਤੋਂ 80%। ਵਿਸਥਾਰ ਦੇ ਵਿੱਚ ਜਿਹੜੇ ਕਿ 60 ਤੋਂ 80% ਕਰਦਾ। ਅਤੇ ਦੂਜੀ ਵਿਧੀ ਦੇ ਵਿੱਚ ਸੀ ਗਹਿਨ ਵਿਧੀ ਦੇ ਵਿੱਚ ਸੀ 80 ਤੋਂ 100% ਸੀ, 80 ਤੋਂ 100% ਤੱਕ ਸੀ। ਅਤੇ ਵਿਸਥਾਰ ਦੇ ਵਿੱਚ ਆ 60 ਤੋਂ 80 ਆ, ਉਹਦੇ ਵਿੱਚ ਸੀ 80 ਤੋਂ 100। ਨੈਕਸਟ ਆ ਵਿਸਥਾਰ ਵਿਧੀ ਵਿੱਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ? 140 ਤੋਂ 80 ਪ੍ਰਤੀ ਮਿੰਟ। ਇਹਨਾਂ ਦੋਨਾਂ ਨੂੰ ਮਾਈਂਡ 'ਚ ਰੱਖਣਾ ਵੀ ਇਹਨਾਂ ਵਿਸਥਾਰ ਵਿਧੀ 'ਚ 140 ਤੋਂ
180 ਹੈ। ਅਤੇ ਜਿਹੜੀ ਉਹਦੇ ਵਿੱਚ ਸੀ ਗਹਿਨ ਵਿਧੀ ਵਿੱਚ ਸੀ, ਗਹਿਨ ਵਿਧੀ ਦੇ ਵਿੱਚ ਸੀ, ਇਹਦੇ ਵਿੱਚ ਸੀ 170 ਤੋਂ 200, 170 ਤੋਂ 200 ਪ੍ਰਤੀ ਮਿੰਟ ਸੀ। ਹੁਣ ਵਿਸਥਾਰ ਦੇ ਵਿੱਚ 140 ਤੋਂ 180 ਹੈ। ਅਤੇ ਇਹ ਵਿਸਥਾਰ ਦੇ ਵਿੱਚ 60 ਤੋਂ 80% ਆ, ਅਤੇ ਗਹਿਨ ਵਿਧੀ ਦੇ ਵਿੱਚ ਸੀ ਇਹ 80 ਤੋਂ 100%। ਹਾਂਜੀ, ਨੈਕਸਟ ਤੁਸੀਂ ਇਹ ਦੇਖ ਸਕਦੇ ਹੋ ਖੇਡ ਸਿਖਲਾਈ ਤੋਂ ਕੀ ਭਾਵ ਆ। ਖੇਡ ਸਿਖਲਾਈ ਮਤਲਬ ਕਿ ਇਹਦੇ ਵਿੱਚ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ, ਪਰੰਤੂ ਵਿਸ਼ਾਲ ਤੌਰ 'ਤੇ ਇਹ ਇੱਕ ਜਿਹੜੇ ਕਿ ਸੰਗਠਿਤ ਅਤੇ ਵਿਵਸਥਿਤ ਅਰਥਪੂਰਨ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ, ਜਿਸ ਦਾ ਉਦੇਸ਼ ਕੀ ਹੁੰਦਾ। ਖੇਡ ਸਿਖਲਾਈ ਦਾ ਜਿਵੇਂ ਉਦੇਸ਼ ਪੁੱਛ ਸਕਦੇ ਨੇ ਕੀ ਹੁੰਦਾ, ਵਿਅਕਤੀਗਤ ਵਿਕਾਸ, ਮਾਨਸਿਕ ਵਿਕਾਸ ਅਤੇ ਬੌਧਿਕ ਕਾਰਜਸ਼ੀਲਤਾ ਦੇ ਵਿੱਚ ਸੁਧਾਰ ਲਿਆਉਣਾ। ਕਾਰਜਕੁਸ਼ਲਤਾ ਅਤੇ ਕਾਰਗੁਜ਼ਾਰੀ ਸਮਰੱਥਾ ਕੀ ਹੁੰਦੀ ਹੈ। ਇਹਦੇ ਵਿੱਚ ਪ੍ਰਦਰਸ਼ਨ ਦੀ ਕਾਰਗੁਜ਼ਾਰੀ ਮੁੱਖ ਤੌਰ 'ਤੇ ਅਭਿਆਸ ਦੀ ਦਰ, ਮੁਕਾਬਲੇ ਅਤੇ ਸਿਖਲਾਈ ਦੀ ਮਾਤਰਾ 'ਤੇ ਨਿਰਭਰ ਕਰਦੀ ਹੈ, ਅਤੇ ਅਭਿਆਸ ਦੇ ਦੌਰਾਨ ਸਿਖਲਾਈ ਦੀ ਮਿਆਦ, ਸਾਜੋ ਸਮਾਨ ਦੀ ਗੁਣਵੱਤਾ, ਵਾਧੂ ਭਾਰ 'ਤੇ ਨਿਰਭਰ ਕਰਦੀ ਹੈ, ਅਤੇ ਕਾਰਜਕਾਰੀ ਸਮਰੱਥਾ ਇੱਕ ਦਿਨ ਦੇ ਵਿੱਚ ਹਾਸਲ ਨਹੀਂ ਕੀਤੀ ਜਾ ਸਕਦੀ। ਇੱਕ ਸਟੂਡੈਂਟ ਇਹ ਦੇਖ ਲਓ ਤੁਸੀਂ ਵੀ ਜਿਹੜੇ ਗਰਮਾਉਣ ਦੇ 2 ਤਰੀਕੇ ਸੀ, ਸਰੀਰਕ ਗਰਮਾਉਣਾ ਅਤੇ ਮਨੋਵਿਗਿਆਨਿਕ ਗਰਮਾਉਣਾ, ਇਹ ਹੈ ਕੀ, ਕਿਉਂਕਿ ਇਹਨਾਂ ਦੇ ਆਪਸ਼ਨਸ, ਇਹਨਾਂ ਦੇ ਵੀ ਕੁਐਸਚਨਸ ਆ ਸਕਦੇ ਨੇ, ਕਿਉਂਕਿ ਸਾਰੇ ਚੈਪਟਰ ਕਰਨੇ ਜ਼ਰੂਰੀ ਹੁੰਦਾ ਸਾਰੇ ਹੀ। ਇਹਦੇ ਵਿੱਚ ਕੀ ਆ, ਇਸ ਤੋਂ ਭਾਵ ਆ ਜਦੋਂ ਹਲਕੀਆਂ ਕਸਰਤਾਂ ਨੂੰ ਅਭਿਆਸ ਕਰਮ ਵਿੱਚ ਮਾਸਪੇਸ਼ੀਆਂ ਵਿੱਚ ਤਾਪਮਾਨ ਵਧਾਉਣਾ, ਮਤਲਬ ਕਿ ਜਦੋਂ ਹਲਕੀਆਂ ਕਸਰਤਾਂ ਨੂੰ ਅਭਿਆਸ ਦੇ ਵਿੱਚ ਕਰਮ ਦੇ ਵਿੱਚ ਮਾਸਪੇਸ਼ੀਆਂ ਦੇ ਵਿੱਚ ਤਾਪਮਾਨ ਵਧਾਉਣਾ ਅਤੇ ਉਹਨਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਇਹ ਜਿਹੜੀ ਕਿ ਸਰੀਰਕ ਗਰਮਾਉਣਾ ਕੀਤਾ ਜਾਂਦਾ। ਅਤੇ ਮਨੋਵਿਗਿਆਨਿਕ ਗਰਮਾਉਣਾ, ਇਹਦੇ ਵਿੱਚ ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ, ਆਪਣੇ ਮਨ ਨੂੰ ਤਿਆਰ ਕਰਨਾ। ਇਸ ਵਿੱਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰਦਾ ਹੈ, ਜਿਵੇਂ ਕਿ ਆਪਣੇ ਸਹਿਯੋਗੀ ਖਿਡਾਰੀ ਨਾਲ ਗੱਲਬਾਤ ਕਰਨਾ, ਮਤਲਬ ਕਿ ਆਪਣੇ ਮਨ ਨੂੰ ਜਿਹੜੇ ਕਿ ਪੱਕਾ ਕਰਨਾ, ਉਹ ਮਨੋਵਿਗਿਆਨਿਕ ਹੋ ਗਿਆ, ਗੱਲਬਾਤ ਕਰਨਾ ਇਹ ਵਾਲਾ। ਅਤੇ ਸਰੀਰਕ ਗਰਮਾਉਣੇ ਦੇ ਵਿੱਚ ਜਿਹੜੇ ਕਿ ਜੋ ਵੀ ਉਹ ਜਿਵੇਂ ਜੋਗਿੰਗ ਵਗੈਰਾ ਕਰਨਾ, ਉਹ ਸਾਰਾ ਆ ਜਾਊਗਾ ਸਰੀਰਕ ਗਰਮਾਉਣੇ ਦੇ ਵਿੱਚ। ਨੈਕਸਟ ਤੁਸੀਂ ਠੰਡਾ ਕਰਨਾ, ਜਿਹੜੇ ਕਿ ਇਹ ਦੇਖ ਸਕਦੇ ਵੀ ਇਹ ਕੀ ਆ, ਇਹਨੂੰ ਰੀਡ ਕਰ ਲਿਓ। ਥੈਂਕਸ ਸਟੂਡੈਂਟ।